ਸਤਿ ਸ਼੍ਰੀ ਅਕਾਲ। ਵਤਨ ਦੀ ਮਿੱਟੀ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਮੈਂ ਹਰਜਿੰਦਰ ਕੌਰ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਤੇ ਸਭ ਤੋਂ ਪਹਿਲਾਂ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਆਯੁਰਵੈਦਿਕ ਡਾਕਟਰ ਅਮਿਤ ਮਹਾਜਨ ਜੀ ਨਾਲ, ਜੋ ਕਿ ਬਹੁਤ ਉਹਨਾਂ ਨੂੰ ਬਹੁਤ ਸਾਰਾ ਐਕਸਪੀਰੀਅੰਸ ਹੈ ਆਯੁਰਵੈਦਿਕ ਦਾ। ਤੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਕਿਉਂਕਿ ਅਕਸਰ ਕੀ ਦੇਖਦੇ ਹਾਂ ਅਸੀਂ ਕਿ ਜਦੋਂ ਸਾਨੂੰ ਕੋਈ ਡਿਸੀਜ਼ ਆ ਲੱਗਦੀ ਹੈ ਤਾਂ ਅਸੀਂ ਸੋਚਦੇ ਹਾਂ ਕਿ ਪਤਾ ਨਹੀਂ ਆਯੁਰਵੈਦਿਕ ਲਈਏ ਜਾਂ ਨਾ ਲਈਏ। ਬਹੁਤ ਸਾਰੀਆਂ ਕਨਫਿਊਜ਼ਨਸ ਹੁੰਦੀਆਂ ਨੇ, ਇਹ ਸਾਰੀਆਂ ਕਨਫਿਊਜ਼ਨਸ ਅੱਜ ਦੂਰ ਕਰਾਂਗੇ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਸਾਡੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਸਰ। ਸਭ ਤੋਂ ਪਹਿਲਾ ਕੁਐਸਚਨ ਮੇਰਾ ਇਹ ਹੈ ਕਿ ਆਯੁਰਵੈਦਿਕ ਹੈ ਕੀ ਚੀਜ਼, ਕਿਉਂਕਿ 21ਵੀਂ ਸਦੀ ਵਿੱਚ 2023 ਵਿੱਚ ਅਸੀਂ ਅੱਜ ਵੀ ਇਹ ਸੋਚ ਰਹੇ ਕਿ ਹੈ ਕੀ ਚੀਜ਼ ਹੈ। ਮੈਮ ਐਕਚੁਅਲੀ ਆਯੁਰਵੇਦ ਦੇ ਬਾਰੇ ਬੜੇ ਲੋਕਾਂ ਨੂੰ ਮਿਸਕਨਸੈਪਸ਼ਨਸ ਹੈ ਕਿ ਆਯੁਰਵੈਦਿਕ ਦਵਾਈਆਂ ਜਿਹੜੀਆਂ ਕਿ ਲੌਂਗ ਟਰਮ ਲੈਣ ਦੇ ਨਾਲ ਇਹਦਾ ਗੁਰਦਿਆਂ ਉੱਤੇ, ਲਿਵਰ ਉੱਤੇ ਸਾਈਡ ਇਫੈਕਟ ਆਉਂਦੇ ਨੇ, ਜਦਕਿ ਆਯੁਰਵੈਦਿਕ ਪੈਥੀ ਇੱਕ ਇਹੋ ਜਿਹੀ ਪੈਥੀ ਹੈਗੀ ਹੈ ਜਿਹੜੀ ਕਿ ਸਾਡੀ ਸੰਸਕ੍ਰਿਤੀ ਦੇ ਵਿੱਚ ਮਿਲੀ ਹੈ ਸਾਨੂੰ। ਇਹਨੂੰ ਆਯੁਰਵੇਦ ਵੀ ਐਸੇ ਕਰਕੇ ਕਿਹਾ ਜਾਂਦਾ ਹੈ ਕਿ ਇਹ ਆਯੂ ਦਾ ਇੱਕ ਵੇਦ ਹੈਗਾ, ਅਤੇ ਇਹ ਕੋਈ 5000 ਸਾਲ ਪੁਰਾਣੀ ਪੈਥੀ ਹੈ ਜਿਹੜੀ ਕਿ ਸਦੀਆਂ ਤੋਂ ਚੱਲਦੀ ਆ ਰਹੀ ਹੈ। ਪਰ ਹੌਲੀ ਜਿਉਂ ਟਾਈਮ ਬੀਤਦਾ ਗਿਆ ਨੋਰਮਲੀ ਤਾਂ ਸਾਇੰਸ ਗਰੋ ਕਰਦੀ ਹੈਗੀ ਹੈ, ਪਰ ਇਸ ਪੈਥੀ ਦਾ ਲੋਕਾਂ ਨੇ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਹਰਾਸ ਕਰਨਾ ਸ਼ੁਰੂ ਕਰ ਦਿੱਤਾ, ਅਤੇ ਹੌਲੀ ਇਹ ਪੈਥੀ ਦਾ ਚੱਲਣ ਜਿਹੜਾ ਹੈਗਾ ਸਾਡੇ ਨੋਰਮਲ ਰੂਟੀਨ ਦੇ ਵਿੱਚ ਘਟਣਾ ਸ਼ੁਰੂ ਹੋ ਗਿਆ। ਬਟ ਅੱਜ ਵੀ ਕੁਝ ਗਿਣੇ ਚੁਣੇ ਆਯੁਰਵੈਦਿਕ ਡਾਕਟਰਸ ਕਹਿ ਸਕਦੇ ਹਾਂ, ਵੈਦ ਕਹਿ ਸਕਦੇ ਹੈਗੇ, ਜਿਹੜੇ ਅੱਜ ਵੀ ਉਹ ਪ੍ਰੈਕਟਿਸ ਕਰ ਰਹੇ ਨੇ, ਇਹਨੂੰ ਜੀਵਿਤ ਰੱਖ ਕੇ ਚੱਲ ਰਹੇ ਨੇ। ਮੇਰਾ ਇਹ ਕਹਿਣਾ ਹੈ ਕਿ ਆਯੁਰਵੈਦਿਕ ਮੈਡੀਸਿਨਸ ਜੇ ਤਾਂ ਪ੍ਰੋਪਰਲੀ ਕਿਸੇ ਇੱਕ ਕੁਆਲੀਫਾਈਡ ਫਿਜ਼ੀਸ਼ੀਅਨ ਕੋਲੋਂ, ਕਿਸੇ ਕੁਆਲੀਫਾਈਡ ਡਾਕਟਰ ਕੋਲ ਲਿੱਤੀ ਜਾਣ, ਅਤੇ ਉਹ ਮੈਡੀਸਿਨਸ ਜੇ ਪ੍ਰੋਪਰਲੀ ਬਣੀਆਂ ਹੋਣ ਅਤੇ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ। ਉਹ ਮੈਡੀਸਿਨਸ ਜਿਹੜੀਆਂ ਹੈਗੀਆਂ ਜੇ ਤਾਂ ਪ੍ਰੋਪਰਲੀ ਡਿਜ਼ੀਜ਼ ਦਾ ਡਾਇਗਨੋਸ ਕਰਕੇ ਯੂਜ਼ ਕੀਤੀਆਂ ਜਾਣ ਤਾਂ ਡੈਫੀਨੇਟਲੀ ਡਿਜ਼ੀਜ਼ ਨੂੰ ਜੜ੍ਹੋਂ ਕੱਢਣ ਦੇ ਵਿੱਚ ਸਮਰਥ ਹੁੰਦੀਆਂ ਹਨ। ਸਰ, ਜਿਸ ਤਰ੍ਹਾਂ ਹੁਣ ਬਹੁਤ ਸਾਰੀਆਂ ਜਿਹੜਾ ਹੁਣ ਸਮਾਂ ਚੱਲ ਰਿਹਾ ਹੈ, ਇਹੋ ਜਿਹੀਆਂ ਬਿਮਾਰੀਆਂ ਜਿਨ੍ਹਾਂ ਬਾਰੇ ਅਸੀਂ ਸੋਚ ਨਹੀਂ ਸਕਦੇ ਕਿ ਸਾਰੀਆਂ ਜਿਹੜੀਆਂ ਬਿਮਾਰੀਆਂ ਦਾ ਇਲਾਜ ਪੋਸੀਬਲ ਹੈਗਾ ਆਯੁਰਵੈਦਿਕ ਰਾਹੀਂ। ਦੇਖੋ ਮੈਂ ਇਹ ਨਹੀਂ ਕਹਾਂਗਾ ਕਿ ਹਰ ਇੱਕ ਬਿਮਾਰੀ ਦਾ ਇਲਾਜ ਪੋਸੀਬਲ ਹੈਗਾ, ਬਿਕੋਜ਼ ਇਲਾਜ ਡਿਪੈਂਡ ਕਰਦਾ ਹੈਗਾ ਪੇਸ਼ੈਂਟ ਦੀ ਕੰਡੀਸ਼ਨ ਉੱਤੇ ਅਤੇ ਪੇਸ਼ੈਂਟ ਉੱਤੇ। ਕਈ ਪੇਸ਼ੈਂਟ ਇਹੋ ਜਿਹੀ ਕੰਡੀਸ਼ਨ ਦੇ ਵਿੱਚ ਸਾਡੇ ਕੋਲ ਆਉਂਦੇ ਹਨ ਜਦੋਂ ਕਿ ਕੋਈ ਉਮੀਦ ਨਹੀਂ ਰਹਿ ਜਾਂਦੀ ਹੈਗੀ, ਜਿਵੇਂ ਕੈਂਸਰ ਦੀ 4th ਸਟੇਜ ਦੇ ਪੇਸ਼ੈਂਟ ਹੈਗੇ ਨੇ ਸਾਡੇ ਕੋਲ। ਕਈ ਪੇਸ਼ੈਂਟ ਆਉਂਦੇ ਨੇ ਕੀਮੋਥੈਰੇਪੀ ਵੀ ਚੱਲ ਰਹੀ ਹੁੰਦੀ ਹੈ, ਜਿਹਨਾਂ ਨੂੰ ਡਾਕਟਰਸ ਨੇ ਸਰਜਰੀ ਵੀ ਐਡਵਾਈਸ ਕਰ ਦਿੱਤੀ ਹੁੰਦੀ ਹੈ, ਜਾਂ ਆਪਰੇਸ਼ਨ ਕਰਵਾਉਣ ਤੋਂ ਬਾਅਦ ਵੀ ਜਿਹੜੇ ਆਉਂਦੇ ਨੇ, ਪਰ ਉਹਨਾਂ ਦੀ ਜਿਹੜੀ ਹੈ ਜੇ ਕਹੋ ਕਿ ਸ਼ਰਤੀਆ ਇਲਾਜ ਉਹੋ ਜਿਹੇ ਕੋਈ ਇਲਾਜ ਇਹਦੇ ਵਿੱਚ ਪੋਸੀਬਲ ਨਹੀਂ ਹਨ। ਮੈਂ ਕੋਈ ਵੀ ਪੇਸ਼ੈਂਟ ਦਾ ਇਲਾਜ ਕਰੀਦਾ ਜੋ ਅਸੀਂ ਕਰਦੇ ਹਾਂ, ਅਤੇ ਕਦੀ ਵੀ ਸ਼ਰਤੀਆ ਇਲਾਜ ਕਹਿ ਕੇ ਪੇਸ਼ੈਂਟ ਦਾ ਇਲਾਜ ਨਹੀਂ ਕਰੀਦਾ ਗਾ। ਬਸ ਅਸੀਂ ਆਪਣੀ ਜਿਹੜੀ ਹੈਗੀ ਹੈ ਪ੍ਰੋਪਰ ਡਾਇਗਨੋਸ ਦੇ ਉੱਤੇ, ਪੇਸ਼ੈਂਟ ਦੀ ਕੰਡੀਸ਼ਨ ਦੇ ਉੱਤੇ, ਪੇਸ਼ੈਂਟ ਦੀ ਰਿਕੁਆਇਰਮੈਂਟ ਦੇ ਉੱਤੇ ਆਪਾਂ ਪੇਸ਼ੈਂਟ ਦਾ ਇਲਾਜ ਕਰੀਦਾ ਹੈਗਾ। ਜਿਸ ਤਰ੍ਹਾਂ ਕਿ ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ ਕਿ ਅੱਜ ਕੱਲ੍ਹ ਮੌਸਮ ਕੁਛ ਪੰਜਾਬ ਦੇ ਵਿੱਚ ਇਹੋ ਜਿਹਾ ਚੱਲ ਰਿਹਾ ਹੈ ਕਿ ਅਲੱਗ-ਅਲੱਗ ਤਰ੍ਹਾਂ ਦੇ ਫੀਵਰ ਆ ਰਹੇ ਹੈਗੇ ਹਨ, ਜਿਵੇਂ ਕਿ ਡੇਂਗੂ ਫੀਵਰ ਚੱਲ ਰਿਹਾ ਹੈ, ਚਿਕਨਗੁਨੀਆ ਫੀਵਰ ਚੱਲ ਰਿਹਾ ਹੈ। ਆਯੁਰਵੇਦ ਦੇ ਵਿੱਚ ਜੇ ਅਸੀਂ ਇਹਨਾਂ ਨੂੰ ਲੈ ਕੇ ਚੱਲੀਏ ਤਾਂ ਇਹ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਨੇ ਜਵਰ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਟਰੀਟ ਕਰ ਸਕਦੇ ਹਾਂ। ਜਦ ਕਿ ਐਲੋਪੈਥੀ ਵਿੱਚ ਮਰੀਜ਼ ਜਿਹੜੇ ਕਿ ਜਾਂਦੇ ਅੱਜ ਕੱਲ੍ਹ ਲੋਕ ਬੁਖਾਰ ਹੋ ਰਿਹਾ, ਡ੍ਰਿਪ ਲਗਵਾ ਰਹੇ ਨੇ, ਡੋਲੋ ਦੀ ਗੋਲੀਆਂ ਧੜ ਖਾਈ ਜਾ ਰਹੇ ਹਨ, ਅਤੇ ਅਲਟੀਮੇਟਲੀ ਲੋਕਾਂ ਨੂੰ ਉਹਦੇ ਉੱਤੇ ਇਫੈਕਟ ਜਿਹੜਾ ਉਹਨਾਂ ਦੇ ਲਿਵਰ ਉੱਤੇ ਦੇਖਣ ਨੂੰ ਮਿਲ ਰਿਹਾ ਹੈ। ਅਤੇ ਕਈ ਲੋਕਾਂ ਨੂੰ ਆਪਾਂ ਦੇਖਦੇ ਹਾਂ ਕਿ ਬੁਖਾਰ ਹੋਣ ਤੋਂ ਮਹੀਨਾ ਡੇਢ ਮਹੀਨਾ ਬਾਅਦ ਤੱਕ ਵੀ ਲੋਕਾਂ ਦੀ ਜੋੜਾਂ ਦੀ ਦਰਦਾਂ ਠੀਕ ਨਹੀਂ ਹੋ ਪਾ ਰਹੀਆਂ ਹਨ। ਇਹੋ ਜਿਹੀ ਕੰਡੀਸ਼ਨਸ ਦੇ ਵਿੱਚ, ਇਹੋ ਜਿਹੇ ਬੁਖਾਰਾਂ ਦੇ ਵਿੱਚ ਆਯੁਰਵੈਦਿਕ ਮੈਡੀਸਿਨਸ ਬਹੁਤ ਹੀ ਇਫੈਕਟਿਵ ਹਨ। ਅਤੇ ਮੈਂ ਇਹੋ ਹੀ ਕਹਿਣਾ ਚਾਹਾਂਗਾ ਕਿ ਅੱਜ ਕੱਲ੍ਹ ਜਿਹੜੇ ਸਮਾਂ ਜੋ ਚੱਲ ਰਿਹਾ ਹੈ, ਲੋਕਾਂ ਦਾ ਝੁਕਾਅ ਹੌਲੀ ਆਯੁਰਵੇਦ ਵੱਲ ਵੱਧ ਰਿਹਾ ਹੈ, ਪਰ ਨਾਲ ਹੀ ਨਾਲ ਮੈਂ ਵੀ ਕਹਾਂਗਾ ਕਿ ਝੁਕਾਅ ਤਾਂ ਵੱਧ ਰਿਹਾ ਹੈ, ਉਹਦੇ ਵਿੱਚ ਵਿਸ਼ਵਾਸ ਵੀ ਰੱਖੋ ਅਤੇ ਆਯੁਰਵੇਦ ਨੂੰ ਪਨਪਨ ਦਾ ਮੌਕਾ ਵੀ ਦੇਵੋ। ਸਰ, ਕਈ ਵੇਲੇ ਇਹ ਕਨਫਿਊਜ਼ਨ ਹੁੰਦੀ ਮਨ ਵਿੱਚ, ਕੋਈ ਪੇਸ਼ੈਂਟ ਜਦੋਂ ਆਉਂਦਾ ਅਤੇ ਉਹਨੂੰ ਇਹ ਹੁੰਦਾ ਕਿ ਹੁਣ ਮੈਂ ਅੰਗਰੇਜ਼ੀ ਦਵਾਈ ਲਵਾਂ ਕਿ ਜਾਂ ਫਿਰ ਆਯੁਰਵੈਦਿਕ ਦੇ ਨਾਲ ਇਹ ਸਟਾਰਟ ਕਰ ਸਕਦਾ ਜਾਂ ਉਹਦੇ ਨਾਲ ਇਹ ਸਟਾਰਟ ਹੋ ਸਕਦਾ ਵਾ, ਇਹ ਪੋਸੀਬਲ ਹੈ? ਮੈਮ ਇਹ ਸਾਰੀ ਚੀਜ਼ਾਂ ਡਿਪੈਂਡ ਕਰਦੀਆਂ ਪੇਸ਼ੈਂਟ ਦੀ ਕੰਡੀਸ਼ਨ ਦੇ ਉੱਤੇ। ਕਈ ਪੇਸ਼ੈਂਟ ਸਾਡੇ ਕੋਲ ਆਉਂਦੇ ਕਿ ਜਿਹੜੇ 2-3 ਸਾਲ ਤੋਂ ਲਗਾਤਾਰ ਐਲੋਪੈਥਿਕ ਦਵਾਈਆਂ ਖਾ ਰਹੇ ਹਨ। ਜੇ ਸਾਡੇ ਕੋਲ ਆਉਣਗੇ ਜੋ ਇਹੋ ਹੀ ਐਕਸਪੈਕਟ ਕਰਾਂਗੇ ਅਸੀਂ ਸਾਡੀ ਦੂਜੀ ਦਵਾਈ ਛੁੱਟ ਜਾਏ ਜਾਂ ਅਸੀਂ ਉਹ ਦਵਾਈਆਂ ਤੋਂ ਮੁਕਤ ਹੋ ਜਾਈਏ, ਪਰ ਇੱਕ ਵਧੀਆ ਫਿਜ਼ੀਸ਼ੀਅਨ, ਇੱਕ ਵਧੀਆ ਡਾਕਟਰ ਤਾਂ ਇਹੀ ਕਰੇਗਾ ਕਿ ਹੌਲੀ ਉਹ ਦਵਾਈਆਂ ਦੀ ਡੋਜ਼ ਨੂੰ ਘਟਾ ਕੇ ਆਪਣੀ ਆਯੁਰਵੈਦਿਕ ਦਵਾਈਆਂ ਨੂੰ ਇੱਕ ਤਰੀਕੇ ਨਾਲ ਸੈਟਲ ਕਰਕੇ ਫਿਰ ਆਪਾਂ ਉਹਨੂੰ ਜਿਹੜਾ ਹੈਗਾ ਇਸ ਦਵਾਈਆਂ ਦੇ ਜਾਲ ਤੋਂ ਮੁਕਤ ਕਰ ਸਕਦੇ ਹਾਂ। ਲੇਕਿਨ ਇੱਕਦਮ ਜੇ ਆਪਾਂ ਦਵਾਈਆਂ ਨੂੰ ਬੰਦ ਕਰ ਦਿੱਤਾ ਜਾਵੇ, ਦੂਜੀ ਅੰਗਰੇਜ਼ੀ ਦਵਾਈਆਂ ਵੀ ਬੰਦ ਕਰ ਦਿੱਤੀਆਂ ਜਾਣ ਅਤੇ ਆਯੁਰਵੈਦਿਕ ਦਵਾਈਆਂ ਸ਼ੁਰੂ ਕਰ ਦਿੱਤੀਆਂ ਜਾਣ, ਪੇਸ਼ੈਂਟ ਸ਼ੁਰੂ ਦੇ ਵਿੱਚ ਰਿਸਪੌਂਸ ਨਹੀਂ ਦੇ ਪਾਉਂਦੇ ਹਨ ਅਤੇ ਉਹਨਾਂ ਦੀ ਪ੍ਰੋਬਲਮ ਕਈ ਵਾਰ ਵੱਧ ਜਾਂਦੀ ਹੈ, ਜਿਹਦੇ ਕਰਕੇ ਉਹ ਸਾਰਾ ਦੋਸ਼ ਜਿਹੜਾ ਆਯੁਰਵੈਦਿਕ ਦਵਾਈਆਂ ਨਾਲ ਨਿਕਲ ਜਾਂਦਾ ਹੈ ਕਿ ਆਯੁਰਵੈਦਿਕ ਦਵਾਈਆਂ ਨੇ ਅਸਰ ਨਹੀਂ ਕੀਤਾ, ਜਦਕਿ ਉਹਦਾ ਕੋਈ ਫਾਇਦਾ ਕੋਈ ਨਹੀਂ ਹੋਇਆ। ਮੈਂ ਇਹੀ ਕਹਾਂਗਾ ਕਿ ਇੱਕ ਆਉਣ ਵਾਲੇ ਸਟੂਡੈਂਟਸ ਵੀ ਸਾਡੇ ਜਿਹੜੇ ਹੈਗੇ ਨੇ, ਸਾਡੇ ਨਵੇਂ ਨੌਜਵਾਨ ਡਾਕਟਰ ਵੀ ਜਿਹੜੇ ਹੈਗੇ ਨੇ, ਉਹਨਾਂ ਨੂੰ ਇਹੀ ਕਹਾਂਗਾ ਕਿ ਕਦੀ ਵੀ ਕਿਸੇ ਪੇਸ਼ੈਂਟ ਦੀ ਲੰਬੇ ਸਮੇਂ ਤੋਂ ਆ ਰਹੀ ਚਲਦੀਆਂ ਅੰਗਰੇਜ਼ੀ ਦਵਾਈਆਂ ਵੀ ਲਗਾਤਾਰ ਇੱਕਦਮ ਬੰਦ ਨਾ ਕਰੋ, ਉਹਦੀ ਡੋਜ਼ ਨੂੰ ਹੌਲੀ ਘਟਾ ਕੇ ਸਮਾਂ ਦੇ ਕੇ ਉਹਨੂੰ ਹੌਲੀ ਬੰਦ ਕਰੋ ਅਤੇ ਆਪਣੀ ਦਵਾਈਆਂ ਨੂੰ ਜਿਹੜਾ ਹੈਗਾ ਵਾ ਇੱਕ ਪ੍ਰੋਪਰ ਤਰੀਕੇ ਨਾਲ ਦੇ ਕੇ ਉਹਨਾਂ ਨੂੰ ਮੁਕਤ ਕਰਵਾਇਆ ਜਾ ਸਕਦਾ ਹੈ। ਸਰ, ਜਿੱਦਾਂ ਮੇਲ ਔਰ ਫੀਮੇਲ ਦੀਆਂ ਪ੍ਰੋਬਲਮਸ ਹੁੰਦੀਆਂ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ?
ਦੇਖੋ ਆਯੁਰਵੇਦ ਦੇ ਵਿੱਚ ਜਿਹੜੇ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਆਲਮੋਸਟ ਉਹੀ ਪੇਸ਼ੈਂਟ ਆਉਂਦੇ ਹਨ ਜਿਹੜੇ ਸਾਰੇ ਪਾਸੇ ਟਰੀਟ ਕਰਵਾ ਚੁੱਕੇ ਹੁੰਦੇ ਹਨ। ਕੋਈ ਵੀ ਪੇਸ਼ੈਂਟ ਫਸਟ ਹੈਂਡ 'ਤੇ ਆਯੁਰਵੇਦ ਦੇ ਵਿੱਚ ਆਉਂਦਾ ਨਹੀਂ ਹੈ। ਜਿਵੇਂ ਮੇਲਸ ਦੀ ਪ੍ਰੋਬਲਮ ਆਉਂਦੀ ਹੈ, ਕਈਆਂ ਨੂੰ ਜਿਹੜਾ ਹੈਗਾ ਇਨਫਰਟੀਲਿਟੀ ਦੀ ਪ੍ਰੋਬਲਮ ਆ ਰਹੀ ਹੈ ਮੇਲਸ ਦੇ। ਅੱਜ ਕੱਲ੍ਹ ਜਿਵੇਂ ਨਸ਼ਾ ਵੀ ਕਾਫੀ ਜਿਵੇਂ ਵੱਧ ਰਿਹਾ ਹੈਗਾ ਹੈ, ਇਹ ਨਹੀਂ ਕਿ ਫੀਮੇਲਸ ਨਸ਼ਾ ਨਹੀਂ ਕਰ ਰਹੀਆਂ, ਫੀਮੇਲਸ ਵੀ ਨਸ਼ੇ ਵਾਲੇ ਪਾਸੇ ਜਾ ਰਹੀਆਂ ਹਨ। ਪਰ ਫੀਮੇਲਸ ਦੀ ਜਿਹੜੀ ਗਾਇਨੇਕੋਲੋਜੀਕਲ ਪ੍ਰੋਬਲਮਸ ਵੀ ਹੈਗੀਆਂ, ਜੇ ਸਾਡੇ ਕੋਲ ਫਸਟ ਹੈਂਡ ਕੋਈ ਪੇਸ਼ੈਂਟ ਆ ਜਾਏ ਤਾਂ ਉਹ ਤਾਂ ਸਾਡੇ ਵਾਸਤੇ ਇੱਕ ਸੋਨੇ 'ਤੇ ਸੁਹਾਗਾ ਹੈ। ਅਤੇ ਅਸੀਂ ਉਹ ਪੇਸ਼ੈਂਟ ਦੀ ਜਿਹੜੀ ਪ੍ਰੋਬਲਮ ਜਿਹੜਾ ਹੈਗਾ ਪ੍ਰੋਪਰਲੀ ਡਾਇਗਨੋਸ ਕਰਕੇ ਉਹਨੂੰ ਜੜੋਂ ਖਤਮ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ, ਅਤੇ ਉਹਨੂੰ ਖਤਮ ਕੀਤਾ ਵੀ ਜਾ ਸਕਦਾ ਹੈ ਵਿਦਾਊਟ ਦੀ ਨੀਡ ਆਫ ਐਨੀ ਸਰਜਰੀ ਔਰ ਵਿਦਾਊਟ ਦਾ ਨੀਡ ਆਫ ਐਨੀ ਹਾਰਮੋਨਸ ਔਰ ਵਿਦਾਊਟ ਦਾ ਨੀਡ ਆਫ ਐਨੀ ਸਟੀਰੋਇਡਸ। ਆਪਾਂ ਪੇਸ਼ੈਂਟ ਦੀ ਪ੍ਰੋਬਲਮ ਨੂੰ ਜੜੋਂ ਖਤਮ ਕਰ ਸਕਦੇ ਹਾਂ। ਅਤੇ ਇਹ ਜ਼ਰੂਰਤ ਇਸ ਚੀਜ਼ ਦੀ ਹੈ ਕਿ ਪੇਸ਼ੈਂਟ ਸਮਝਦਾਰ ਹੋਵੇ ਅਤੇ ਜ਼ਰੂਰਤ ਦੇ ਸਮੇਂ ਦੇ ਉੱਤੇ ਹੀ ਸਾਡੇ ਕੋਲ ਟਾਈਮ ਤੋਂ ਪਹਿਲੇ ਪਹੁੰਚ ਜਾਏ ਅਤੇ ਬਹੁਤ ਵਧੀਆ ਰਹਿੰਦਾ। ਜੋ ਟਾਈਮ ਨਿਕਲਦੇ ਬਾਅਦ 'ਚ ਆਉਂਦੇ ਹੈਗੇ ਅਤੇ ਬਾਅਦ 'ਚ ਉਹ ਚੀਜ਼ਾਂ ਦਾ ਇਲਾਜ ਜਿਹੜਾ ਹੈਗਾ ਉਹ ਮੁਸ਼ਕਿਲ ਹੋ ਜਾਂਦਾ ਹੈ। ਸਰ ਥੋੜ੍ਹਾ ਪਿੱਛੇ ਸਮੇਂ 'ਚ ਜਾਈਏ 2 ਸਾਲ ਪਹਿਲਾਂ, ਅਤੇ ਕੋਵਿਡ ਦਾ ਜਦੋਂ ਦੌਰ ਸੀ, ਉਦੋਂ ਆਯੁਰਵੈਦਿਕ ਦਾ ਕੀ ਮਤਲਬ ਕਿੰਨਾ ਕੁ ਕੋਆਪਰੇਟ ਕੀਤਾ ਇਹਨੇ? ਦੇਖੋ ਮੈਮ, ਆਯੁਰਵੇਦ ਤੇ 2 ਸਾਲ ਪਹਿਲੇ ਨਹੀਂ ਸੀ, 2000 ਸਾਲ 3-4 ਹਜ਼ਾਰ ਸਾਲ ਪਹਿਲੇ ਹੀ ਬਿਮਾਰੀਆਂ ਪਹਿਲੇ ਵੀ ਇਹ ਹੁੰਦੀਆਂ ਸੀ। ਪਰ ਨਹੀਂ, ਮੈਂ ਕਰੋਨਾ ਦੀ ਗੱਲ ਕਰ ਰਹੀ, ਜਦੋਂ ਕਰੋਨਾ ਦਾ ਦੌਰ ਸੀ ਨਾ, ਉਸ ਸਮੇਂ ਵਿੱਚ ਕਿੰਨਾ ਕੁ ਕੋਆਪਰੇਟਿਵ ਰਿਹਾ ਜਿਹੜਾ ਆਯੁਰਵੈਦਿਕ ਸੀ? ਦੇਖੋ ਮੈਮ, ਉਸ ਟਾਈਮ 'ਤੇ ਬੜੇ ਲੋਕਾਂ ਨੂੰ ਇਹ ਇੱਕ ਐਕਨੋਲੇਜਮੈਂਟ ਮਿਲੀ ਸੀ ਕਿ ਆਯੁਰਵੈਦਿਕ ਦਵਾਈਆਂ ਦੇ ਨਾਲ ਇਮਿਊਨਿਟੀ ਵੱਧ ਸਕਦੀ ਹੈ। ਜਿਵੇਂ ਕਿ ਗਲੋਏ ਦਾ ਲੋਕਾਂ ਨੇ ਕਾਫੀ ਯੂਜ਼ ਕਰਨਾ ਸ਼ੁਰੂ ਕਰ ਦਿੱਤਾ, ਤੁਲਸੀ ਦੇ ਕਾੜੇ ਆ ਗਏ, ਗਲੋਏ ਦੇ ਕਾੜੇ ਸੀ, ਐਲੋਵੇ ਦਾ ਯੂਜ਼ ਕਰਨੀ ਸ਼ੁਰੂ ਕੀਤੀ, ਆਮਲਾ, ਅਸ਼ਵਗੰਧਾ ਚੀਜ਼ਾਂ ਦਾ ਯੂਜ਼ ਕਰਨਾ ਸ਼ੁਰੂ ਕੀਤਾ। ਮੈਂ ਤਾਂ ਇਹੋ ਹੀ ਸਮਝਦਾ ਕਿ ਇਹਨਾਂ ਦਵਾਈਆਂ ਦੇ ਯੂਜ਼ ਦੇ ਹੋਣ ਦੇ ਨਾਲ ਪੇਸ਼ੈਂਟਸ ਦੀ ਇਮਿਊਨਿਟੀ ਕਾਫੀ ਇੰਪਰੂਵ ਹੋਈ ਅਤੇ ਆਪਾਂ ਕਰੋਨਾ ਨੂੰ ਕਾਫੀ ਹੱਦ ਤੱਕ ਆਪਾਂ ਜਿੱਤ ਵੀ ਪ੍ਰਾਪਤ ਕੀਤੀ। ਬਟ ਫਿਰ ਜ਼ਰੂਰਤ ਇਸ ਚੀਜ਼ ਦੀ ਹੈਗੀ ਹੈ ਕਿ ਇਕੱਲੀ ਜੇ ਆਪਾਂ ਕਹੀਏ ਕਿ ਆਯੁਰਵੈਦਿਕ ਮੈਡੀਸਿਨ ਕੁਝ ਸਮੇਂ ਲੈ ਕੇ ਆਪਾਂ ਇਮਿਊਨਿਟੀ ਬਣਾ ਲਾਂਗੇ, ਉਹ ਤਾਂ ਨਹੀਂ ਹੈ। ਕਿਉਂਕਿ ਇਮਿਊਨਿਟੀ ਇੱਕ ਲੰਬੇ ਸਮੇਂ ਤੱਕ ਬਣਨ ਵਾਲੀ ਚੀਜ਼ ਹੈ। ਇਹ 1-2 ਮਹੀਨੇ ਦੇ ਵਿੱਚ ਨਹੀਂ ਬਣ ਸਕਦੀ ਹੈ। ਇਹਦਾ ਆਪਾਂ ਰੈਗੂਲਰ ਯੂਜ਼ ਕਰੀਏ, ਇਹਨੂੰ ਆਪਣੇ ਲਾਈਫ ਦਾ ਇੱਕ ਪਾਰਟ ਬਣਾਈਏ, ਆਪਣੇ ਲਾਈਫ ਸਟਾਈਲ ਨੂੰ ਮੈਨੇਜ ਕਰੀਏ। ਜੋ ਚੀਜ਼ਾਂ ਸਾਨੂੰ ਜਿਸ ਸਮੇਂ ਦੇ ਪਰਿਵਰਤਨ ਦੀ ਲੋੜ ਹੈ ਆਪਾਂ ਉਸ ਅਕੋਰਡਿੰਗ ਆਪਣੇ ਆਪ ਨੂੰ ਬਣਾ ਕੇ ਚੱਲੀਏ। ਅਤੇ ਜੋ ਆਪਾਂ ਖਾਣ ਪਾਣ ਦਾ ਆਪਣਾ ਜਿਹੜਾ ਹੈਗਾ ਪੱਥੇ ਜੋ ਸਾਡੀ ਕਹਿੰਦੇ ਡਾਇਟ ਰਜੀਮਸ ਹੈਗੀਆਂ ਵਾ, ਆਪਣੀ ਰਿਤੂ ਚਰਿਆ ਦਾ ਪਾਲਨ ਕਰੀਏ, ਦਿਨ ਚਰਿਆ ਦਾ ਪਾਲਨ ਕਰੀਏ, ਅਤੇ ਆਪਾਂ ਲੰਬੇ ਸਮੇਂ ਤੱਕ ਇਹੋ ਜਿਹੇ ਤੋਂ ਬਚ ਸਕਦੇ ਹਾਂ। ਸਰ ਜਿੱਦਾਂ ਐਲਰਜੀ, ਜ਼ੁਕਾਮ, ਛਿੱਕਾਂ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਮ ਦੇਖੋ, ਇਹ ਤਾਂ ਸਾਰੀ ਮੌਸਮੀ ਚੀਜ਼ਾਂ ਹੈਗੀਆਂ, ਪਰ ਕਈ ਪੇਸ਼ੈਂਟਾਂ ਦੀ ਜਿਹੜੀ ਇਹ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹ ਮੌਸਮ ਦੇ ਨਾਲ ਉਹਨਾਂ ਦੀ ਲੈਕ ਆਫ ਇਮਿਊਨਿਟੀ ਨਾਲ ਵੀ ਰਿਲੇਟਿਡ ਹੁੰਦੀਆਂ ਹਨ। ਸੋ ਇਹਨਾਂ ਪੇਸ਼ੈਂਟਸ ਦੇ ਵਿੱਚ ਕੁਝ ਆਯੁਰਵੈਦਿਕ ਜੜੀ ਬੂਟੀਆਂ ਹਨ ਜਿਹੜੀ ਕਿ ਸਾਡੇ ਕਿਚਨ ਦੇ ਵਿੱਚ ਮਿਲਦੀਆਂ, ਜਿਵੇਂ ਹਲਦੀ ਦਾ ਯੂਜ਼ ਹੋ ਗਿਆ, ਅਦਰਕ ਦਾ ਯੂਜ਼ ਹੋ ਗਿਆ, ਤੁਲਸੀ ਹੋ ਗਈ। ਇਹਨਾਂ ਚੀਜ਼ਾਂ ਦਾ ਆਪਾਂ ਰੈਗੂਲਰ ਯੂਜ਼ ਕਰੀਏ, ਗਿਲੋਏ ਦਾ ਯੂਜ਼ ਕਰੀਏ, ਇਹਨਾਂ ਚੀਜ਼ਾਂ ਤੋਂ ਆਪਾਂ ਆਪਣੀ ਇਮਿਊਨਿਟੀ ਨੂੰ ਬਚਾ ਕੇ ਚੱਲ ਸਕਦੇ ਹਾਂ। ਜਿਵੇਂ ਚਵਨਪ੍ਰਾਸ਼ ਹੈ, ਬੜੀ ਪੁਰਾਣੀ ਸਦੀਆਂ ਤੋਂ ਸਾਡੇ ਘਰਾਂ 'ਚ ਯੂਜ਼ ਹੁੰਦਾ ਆ ਰਿਹਾ ਹੈ, ਪਰ ਅੱਜ ਕੱਲ੍ਹ ਚਵਨਪ੍ਰਾਸ਼ ਵੀ ਪਿਓਰ ਨਹੀਂ ਮਿਲਦਾ। ਪਰ ਆਪਾਂ ਚਵਨਪ੍ਰਾਸ਼ ਜੇ ਆਪਾਂ ਪਿਓਰ ਸਾਨੂੰ ਮਿਲ ਜਾਏ, ਆਪਾਂ ਉਹਦਾ ਯੂਜ਼ ਕਰੀਏ ਅਤੇ ਆਪਾਂ ਇਹਨਾਂ ਐਲਰਜੀ ਤੋਂ, ਜ਼ੁਕਾਮ ਤੋਂ, ਛਿੱਕਾਂ ਤੋਂ ਆਪਾਂ ਕਰ ਸਕਦੇ ਹਾਂ ਆਪਣਾ। ਜਿਸ ਤਰ੍ਹਾਂ ਆਪਾਂ ਲੇਡੀਜ਼ ਅਕਸਰ ਜਿਹੜੀਆਂ ਘਰੇਲੂ ਚੀਜ਼ਾਂ ਹੁੰਦੀਆਂ ਡਾਇਰੈਕਟ ਯੂਜ਼ ਕਰ ਲੈਂਦੀਆਂ, ਫੇਸ ਪੈਕ ਬਣਾ ਕੇ ਲਾ ਲਿਆ ਜਾਏ, ਸਿਰਫ ਇਹੀ ਚੀਜ਼ ਹੈ ਇਹਦੇ ਵਿੱਚ ਵੀ? ਨਹੀਂ ਮੈਮ, ਇਸ ਤਰ੍ਹਾਂ ਨਹੀਂ ਹੈ। ਫੇਸ ਪੈਕ ਦੇਖੋ, ਹਰ ਇੱਕ ਪੇਸ਼ੈਂਟ ਦੀ ਸਕਿਨ, ਜੇ ਫੇਸ ਪੈਕ ਦੀ ਗੱਲ ਕਰੀਏ, ਹਰ ਇੱਕ ਪੇਸ਼ੈਂਟ ਦੀ ਸਕਿਨ, ਉਹਦੀ ਨੇਚਰ, ਉਹਦੀ ਜਿਹੜੀ ਹੈਗੀ ਹੈ ਅਲੱਗ-ਅਲੱਗ ਹੁੰਦੀ ਹੈਗੀ ਹੈ। ਕਿਸੇ 2 ਬੰਦਿਆਂ ਦੀ ਮੈਂ ਨਹੀਂ ਦੇਖਦਾ ਕਿ ਨੇਚਰ ਇੱਕੋ ਜਿਹੀ ਹੋਈ ਹੈ, ਬਿਮਾਰੀ ਦਾ ਕਾਰਨ ਵੀ ਇੱਕੋ ਹੀ ਹੋਏ। ਹਰ ਪੇਸ਼ੈਂਟ ਨੂੰ ਇੱਕ ਤਰੀਕੇ ਨਾਲ ਟਰੀਟ ਕਰਨਾ ਪੈਂਦਾ ਹੈਗਾ। ਹਰ ਪੇਸ਼ੈਂਟ ਦੀ ਰਿਕੁਆਇਰਮੈਂਟ ਇੱਕ ਡਿਫਰੈਂਟ ਹੁੰਦੀ ਹੈਗੀ ਹੈ। ਕੋਈ ਇੱਕ ਚੀਜ਼ ਜਿਵੇਂ ਹਲਦੀ ਜਾਂ ਮਲਾਈ ਕਿਸੇ ਇੱਕ ਪੇਸ਼ੈਂਟ ਵਾਸਤੇ ਬੈਨੀਫੀਸ਼ੀਅਲ ਹੈ, ਉਹ ਹੋ ਸਕਦਾ ਦੂਜੇ ਕਿਸੇ ਪਰਸਨ ਵਾਸਤੇ ਉਹ ਨੁਕਸਾਨਦੇਹ ਵੀ ਹੋ ਸਕਦੀ ਹੈਗੀ ਹੈ। ਇਸ ਕਰਕੇ ਹਰ ਇੱਕ ਪੇਸ਼ੈਂਟ ਨੂੰ ਇੱਕ ਪ੍ਰੋਪਰਲੀ ਆਪਣੀ ਪ੍ਰਕਿਰਤੀ ਦਾ ਐਨਾਲਿਸਿਸ ਕਰਵਾਉਣਾ ਚਾਹੀਦਾ ਹੈ। ਉਹਦੀ ਜੋ ਬਾਡੀ ਦੀ ਰਿਕੁਆਇਰਮੈਂਟ ਉਹਦਾ ਐਨਾਲਿਸਿਸ ਕਰਨਾ ਚਾਹੀਦਾ ਹੈਗਾ। ਇੱਕ ਕੁਆਲੀਫਾਈਡ ਫਿਜ਼ੀਸ਼ੀਅਨ ਦੇ ਕੋਲ ਜਾ ਕੇ ਪ੍ਰੋਪਰ ਰਾਏ ਲੈ ਕੇ ਉਹਦੇ ਅਕੋਰਡਿੰਗਲੀ, ਭਾਵੇਂ ਘਰੇਲੂ ਨੁਸਖੇ ਹੋਣ ਅਤੇ ਭਾਵੇਂ ਦਵਾਈਆਂ ਹੋਣ, ਉਹਦਾ ਯੂਜ਼ ਕਰਨਾ ਚਾਹੀਦਾ ਹੈ। ਕਿਉਂਕਿ ਜਦੋਂ ਦਵਾਈ ਦੀ ਫਾਰਮ ਵਿੱਚ ਆ ਜਾਂਦਾ ਫਿਰ ਉਹਦਾ ਕੋਈ ਰੁਤਬਾ ਕੁਛ ਹੋਰ ਚੇਂਜ ਹੋ ਜਾਂਦਾ। ਬਿਲਕੁਲ ਚੇਂਜ ਹੋ ਜਾਂਦਾ ਮੈਮ। ਇਸ ਕਰਕੇ ਕਈ ਜਗ੍ਹਾ 'ਤੇ ਫਿਰ ਆਯੁਰਵੈਦਿਕ ਦਵਾਈਆਂ ਜਿਹੜੀਆਂ ਹੈਗੀਆਂ ਉਹ ਨੁਕਸਾਨ ਵੀ ਦੇ ਦਿੰਦੀਆਂ, ਪਰ ਉਹਦੇ ਕਰਕੇ ਲੋਕਾਂ ਦਾ ਵਿਸ਼ਵਾਸ ਵੀ ਡਗਮਗਾ ਜਾਂਦਾ ਹੈ। ਮੈਂ ਤਾਂ ਇੱਕ ਹਲਦੀ ਯੂਜ਼ ਕੀਤੀ ਪਰ ਮੈਨੂੰ ਉਹ ਨੁਕਸਾਨ ਕਰ ਗਈ ਜਾਂ ਰਿਐਕਸ਼ਨ ਦੇ ਗਈ। ਕਿਉਂਕਿ ਸਾਡੀ ਬਾਡੀ ਦੀ ਰਿਕੁਆਇਰਮੈਂਟ ਹਰ ਇੱਕ ਮੌਕੇ ਦੇ ਉੱਤੇ ਅਲੱਗ-ਅਲੱਗ ਹੁੰਦੀ ਹੈਗੀ ਹੈ। ਮੌਸਮ ਦੇ ਹਿਸਾਬ ਨਾਲ ਚੇਂਜ ਹੁੰਦਾ ਹੈ। ਬਾਰਿਸ਼ਾਂ 'ਚ ਕੁਛ ਹੋਰ ਹੁੰਦੀ ਹੈ, ਗਰਮੀ 'ਚ ਕੁਛ ਹੋਰ ਹੁੰਦੀ ਹੈ, ਸਰਦੀ 'ਚ ਕੁਛ ਹੋਰ ਹੁੰਦੀ ਹੈਗੀ ਹੈ। ਇਸ ਕਰਕੇ ਸਾਨੂੰ ਮੌਸਮ ਦੇ ਅਕੋਰਡਿੰਗਲੀ ਹੀ ਆਪਣੇ ਆਪ ਨੂੰ ਪਲਾਨ ਕਰਕੇ, ਸਾਡੀ ਬਾਡੀ ਦੀ ਜੋ ਰਿਕੁਆਇਰਮੈਂਟ ਉਹਦੇ ਅਕੋਰਡਿੰਗਲੀ ਪਲਾਨ ਕਰਕੇ ਹੀ ਸਾਨੂੰ ਯੂਜ਼ ਕਰਨਾ ਚਾਹੀਦਾ ਹੈ। ਇਹ ਨਹੀਂ ਕਿ ਅਦਰਕ ਸਰਦੀਆਂ 'ਚ ਸਾਡੇ ਵਾਸਤੇ ਵਧੀਆ ਹੈ ਅਤੇ ਗਰਮੀਆਂ 'ਚ ਵੀ ਸਾਡੇ ਵਾਸਤੇ ਵਧੀਆ ਹੋਏਗਾ। ਸਾਡੀ ਬਾਡੀ ਦੀ ਇੱਕ ਤਸਵੀਰ ਹੈਗੀ ਹੈ ਜਿਹੜੀ ਕਿ ਹਰ ਮੌਸਮ ਦੇ ਅਕੋਰਡਿੰਗਲੀ ਚੇਂਜ ਹੁੰਦੀ ਹੈਗੀ ਹੈ। ਸਰ ਟਿਲ ਟਾਈਮ ਵਿੱਚ ਜਿਹੜਾ ਨਾ ਚਿਕਨਗੁਨੀਆ ਨੂੰ ਲੋਕੀ ਬਹੁਤ ਫੇਸ ਕਰ ਰਹੇ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਮੈਮ, ਚਿਕਨਗੁਨੀਆ ਇੱਕ ਪ੍ਰਕਾਰ ਦਾ ਇੱਕ ਜਵਰ ਹੈਗਾ ਵਾ ਜਿਹੜਾ ਕਿ ਹੱਡੀਆਂ ਨੂੰ ਫੜਦਾ ਹੈਗਾ। ਆਯੁਰਵੇਦ ਦੇ ਵਿੱਚ ਇਹਦਾ ਵਰਣਨ ਜਿਹੜਾ ਹੈਗਾ ਵਾ ਸਾਡਾ ਵਾਤਸਲੇਸ਼ਮਿਕ ਜਵਰ ਦੇ ਵਿੱਚ ਕੀਤਾ ਗਿਆ ਹੈ। ਅਤੇ ਇਹੋ ਜਿਹੇ ਪੇਸ਼ੈਂਟ ਫਸਟ ਹੈਂਡ ਪੇਸ਼ੈਂਟ ਸਾਡੇ ਕੋਲ ਨਹੀਂ ਆ ਰਹੇ ਹਨ, ਪਰ ਜਦੋਂ ਪੇਸ਼ੈਂਟ 10-12 ਦਿਨ ਜੋ ਬੁਖਾਰ ਜਿਹਨਾਂ ਦਾ ਖਤਮ ਹੋ ਜਾਂਦਾ ਹੈ, ਪਰ ਜਦੋਂ ਉਹਨਾਂ ਦੀ ਜੋੜਾਂ ਦੀ ਦਰਦਾਂ ਸ਼ੁਰੂ ਹੋ ਜਾਂਦੀ ਹੈ, ਸਾਡੇ ਕੋਲ ਉਸ ਟਾਈਮ 'ਤੇ ਪੇਸ਼ੈਂਟ ਆ ਰਹੇ ਹਨ। ਇਹਨਾਂ ਪੇਸ਼ੈਂਟਸ ਦੇ ਵਿੱਚ ਆਯੁਰਵੇਦ ਕਾਫੀ ਹੈਲਪਫੁਲ ਹੈ ਅਤੇ ਮੈਂ ਕਾਫੀ ਪੇਸ਼ੈਂਟ ਪਿਛਲੇ ਕੁਝ ਸਮੇਂ ਤੋਂ ਆਪਾਂ ਟਰੀਟ ਕਰ ਰਹੇ ਹਾਂ ਅਤੇ ਬੜੇ ਵਧੀਆ ਰਿਜ਼ਲਟ ਮਿਲੇ ਹੈ। ਜਿਹੜੇ ਪੇਸ਼ੈਂਟ 2-2, 2.5 ਮਹੀਨੇ ਤੋਂ ਬੈੱਡ ਤੋਂ ਉੱਠ ਨਹੀਂ ਸੀ ਪਾ ਰਹੇ, ਪੈਰਾਂ ਦੇ ਉੱਤੇ ਸੋਜਾਂ ਵਧੀ ਜਾ ਰਹੀਆਂ ਸੀ, ਕੰਮ ਨਹੀਂ ਕਰ ਪਾ ਰਹੇ ਹੈਗੇ, ਉਹ ਵੀ ਪੇਸ਼ੈਂਟ ਜਿਹੜੇ ਹੈਗੇ ਵਿਦਿਨ 7 to 10 ਡੇਜ਼ ਉਹ ਆਪਣੀ ਰਿਕਵਰੀ ਦੇ ਗਏ ਹਨ। ਆਯੁਰਵੇਦ ਇਹਦੇ ਵਾਸਤੇ ਕਾਫੀ ਬੈਨੀਫੀਸ਼ੀਅਲ ਹੈ। ਖਾਸ ਤੌਰ 'ਤੇ ਕੁਛ ਆਯੁਰਵੈਦਿਕ ਦਵਾਈਆਂ ਹਨ ਜਿਵੇਂ ਕਿ ਦਸ਼ਮੂਲ ਕੁਆਥ ਹੈ,
ਜਿਵੇਂ ਕੈਸਟਰ ਆਇਲ ਦਾ ਯੂਜ਼ ਹੈ, ਐਰਨ ਤੇਲ ਜਿਹਨੂੰ ਆਪਾਂ ਕਹਿੰਦੇ ਹਾਂ, ਜਾਂ ਗਿਲੋਏ ਦੀ ਗੋਲੀਆਂ ਆਉਂਦੀਆਂ ਹਨ, ਤੁਲਸੀ ਦੀ ਗੋਲੀਆਂ ਹਨ, ਜਾਂ ਕੁਛ ਆਯੁਰਵੈਦਿਕ ਗੂਗਲ ਪ੍ਰੈਪਰੇਸ਼ਨਸ ਹਨ ਜਿਹੜੇ ਕਿ ਇਹਨੂੰ ਕਾਫੀ ਹੱਦ ਤੱਕ ਠੀਕ ਕਰ ਸਕਦੇ ਹਨ। ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਇਹਨਾਂ ਬੁਖਾਰਾਂ ਨੂੰ ਪਚਾਇਆ ਜਾਵੇ। ਜਦੋਂ ਤੱਕ ਬੁਖਾਰ ਦਾ ਪਾਚਨ ਨਹੀਂ ਹੋਏਗਾ, ਜਵਰ ਦਾ ਪਾਚਨ ਨਹੀਂ ਹੋਏਗਾ, ਬੁਖਾਰ ਸਾਡੀ ਹੱਡੀਆਂ 'ਚ ਵੜਿਆ ਰਹੇਗਾ ਅਤੇ ਸਾਨੂੰ ਸਮੇਂ ਰਹਿ ਕੇ ਤੰਗ ਕਰਦਾ ਰਹੇਗਾ। ਇਸ ਕਰਕੇ ਸਾਡੀ ਕਿਚਨ 'ਚ ਪਾਈਆਂ ਗਈਆਂ ਜਿਹੜੀਆਂ ਵਨਸਪਤੀਆਂ ਹਨ, ਜਿਵੇਂ ਕਿ ਅਜਵਾਇਨ ਹੈ, ਅਦਰਕ ਹੈ, ਸੁੰਡ ਹੈ, ਧਨੀਆ ਹੈ, ਜੀਰਾ ਹੈ, ਸੌਂਫ ਹੈ, ਕਾਲੀ ਮਿਰਚ ਹੈ, ਮਗਾਂ ਹਨ, ਇਹਨਾਂ ਚੀਜ਼ਾਂ ਦਾ ਜਿਹੜਾ ਹੈਗਾ ਇੱਕ ਰਿਕੁਆਇਰਡ ਅਤੇ ਜ਼ਰੂਰਤ ਦੇ ਹਿਸਾਬ ਨਾਲ ਜੇ ਇਹਨਾਂ ਦਾ ਕਾੜਾ ਬਣਾ ਕੇ ਯੂਜ਼ ਕਰੀਏ, ਸਾਡੀ ਇਮਿਊਨਿਟੀ ਵੀ ਬਿਲਡਅਪ ਹੋਵੇਗੀ, ਸਾਡੇ ਅੰਦਰ ਜੋ ਵਾਯੂ ਜਿਹੜੀ ਬਣ ਚੁੱਕੀ ਹੈ ਉਹਦਾ ਵੀ ਨਾ ਖਤਮ ਹੋਵੇਗੀ ਉਹ ਵੀ, ਅਤੇ ਸਾਨੂੰ ਲੰਬੇ ਸਮੇਂ ਤੱਕ ਅਸੀਂ ਇਮਿਊਨਿਟੀ ਨੂੰ ਬਣਾ ਕੇ ਰੱਖਾਂਗੇ ਅਤੇ ਇਹਨਾਂ ਬਿਮਾਰੀਆਂ ਤੋਂ ਬਚੇ ਰਹਾਂਗੇ। ਇਹਨਾਂ ਕੇਸਾਂ ਦੇ ਵਿੱਚ ਚਿਕਨਗੁਨੀਆ ਵਿੱਚ ਇਹਨਾਂ ਚੀਜ਼ਾਂ ਦਾ ਬਹੁਤ ਹੀ ਰੋਲ ਹੈ ਅਤੇ ਬੜੇ ਹੀ ਪੇਸ਼ੈਂਟ ਇਹਦੇ ਨਾਲ ਸਾਨੂੰ ਤੰਦਰੁਸਤ ਹੋਣ ਨੂੰ ਦੇਖੇ ਜਾ ਰਹੇ ਹਨ। ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ। ਆਯੁਰਵੈਦਿਕ ਬਾਰੇ ਜਾਣ ਕੇ ਸਾਨੂੰ ਬਹੁਤ ਵਧੀਆ ਲੱਗਾ ਅਤੇ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਵੀ ਬਹੁਤ ਵਧੀਆ ਸਮਝ ਲੱਗ ਗਈ ਹੋਏਗੀ ਅਤੇ ਆਉਣ ਵਾਲੇ ਸਮੇਂ ਵਿੱਚ ਜੇ ਮੰਨ ਲਓ ਪਰਮਾਤਮਾ ਕਰੇ ਕਿ ਸਭ ਠੀਕ ਹੀ ਰਹਿਣ, ਅਤੇ ਅਕਸਰ ਜੇ ਜ਼ਰੂਰਤ ਪਵੇ ਤਾਂ ਘਬਰਾਉਣ ਨਾ ਕਿ ਪਤਾ ਨਹੀਂ ਆਯੁਰਵੈਦਿਕ ਨਾਲ ਕੁਛ ਹੋਵੇਗਾ ਜਾਂ ਨਹੀਂ ਹੋਵੇਗਾ, ਅਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਅਤੇ ਚਲੋ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਭ ਕੁਝ ਸਹੀ ਹੋਵੇ।